ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦਾ ਦੱਖਣ ਵੱਲ ਜਾਣਾ। ਬਹਾਦਰ ਸ਼ਾਹ ਦੇ ਕਹੇ ਗੁਰੂ ਜੀ ਆਗਰੇ ਗਏ ਅਤੇ ਉੱਥੇ ਠਹਿਰੇ ਸਨ, ਪਰ ਹੁਣ ਬਰਖਾ ਦੀ ਰੁੱਤ ਦੇ ਹਟਦੇ ਹੀ ਉਸ ਬੇਨਤੀ ਕੀਤੀ, ਆਪ ਹੁਣ ਕਿਰਪਾ ਕਰਕੇ ਮੇਰੇ ਨਾਲ ਹੀ ਦੱਖਣ ਚਲੋ। ਉੱਥੇ ਕਈ ਕੰਮ ਹਨ, ਤੁਹਾਡੀ ਕਿਰਪਾ ਨਾਲ ਉਹ ਵੀ ਹੋ ਜਾਣਗੇ। ਗੁਰੂ ਜੀ ਨੇ ਬਹਾਦਰ ਸ਼ਾਹ ਦੇ ਕਿਹੜੇ ਕੰਮ ਕਰਨੇ ਸਨ? ਇਹ ਤਾਂ ਇੱਕ ਬਹਾਨਾ ਹੀ ਸੀ। ਗੁਰੂ ਜੀ ਆਪਣੇ ਪਰਮ ਪਿਆਰੇ ਸਿੱਖ ਭਾਈ ਨੰਦ ਲਾਲ ਦੇ ਪ੍ਰੇਰੇ ਉਹ ਅਟਕੇ ਤੇ ਬਹਾਦਰ ਸ਼ਾਹ ਦੀ ਮਦਦ ਕੀਤੀ। ਗੁਰੂ ਜੀ ਚਾਹੁੰਦੇ ਸਨ ਕਿ ਬਹਾਦਰ ਸ਼ਾਹ ਹੀ ਇਹਨਾਂ ਝੂਠੇ ਤੇ ਜ਼ਾਲਮ ਅਹਿਲਕਾਰਾਂ ਨੂੰ ਦੰਡ ਦੇ ਦੇਵੇ, ਤਾਂ ਫਿਰ ਸਾਨੂੰ ਕਿਸੇ ਉਦਮ ਦੀ ਲੋੜ ਨਹੀਂ ਪਵੇਗੀ। ਪਰ ਬਹਾਦਰ ਸ਼ਾਹ ਨੇ ਜਦ ਇਸ ਕੰਮ ਵੱਲੋਂ ਅਸਮਰਥਾ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਫਿਰ ਨਿਝਿਜਕ ਹੋ ਕੇ ਇਹ ਭਵਿੱਖਬਾਣੀ ਕਹਿ ਵੀ ਦਿੱਤੀ ਕਿ ਸਾਡੇ ਸਿੰਘਾਂ ਨੇ ਸਭ ਕੁਝ ਆਪ ਹੀ ਕਰ ਲੈਣਾ ਹੈ, ਸਭ ਦੁਸ਼ਟਾਂ ਤੇ ਜ਼ਾਲਮਾਂ ਦੀ ਸੋਧ ਕਰ ਦੇਣੀ ਹੈ, ਫਿਰ ਤੂੰ ਹੀ ਔਖਾ ਹੋਵੇਂਗਾ, ਸਾਡਾ ਤਾਂ ਕੁਝ ਨਹੀਂ ਜਾਣਾ। ਅਸਾਂ ਤਾਂ ਕਿਹਾ ਸੀ ਤੈਨੂੰ ਔਖ ਨਾ ਹੋਵੇ ਤੇ ਸੌਖੇ ਹੀ ਸਭ ਕੰਮ ਹੋ ਜਾਣ, ਪਰ ਨਹੀਂ ਤਾਂ ਹੁਣ ਆਪੇ ਹੀ ਇਹ ਵਿਖਾਇਆ ਗਿਆ ਸੀ ਹੁੰਦੇ ਜਾਣਗੇ। ਉਸਨੇ ਆਪ ਚੰਗੀ ਤਰ੍ਹਾਂ ਵੇਖਿਆ ਸੀ ਕਿ ਵਿਗਾੜਨਾ ਨਹੀਂ ਸੀ ਚਾਹੁੰਦਾ। ਸ਼ਹਿਜ਼ਾਦਾ ਆਜ਼ਮ ਦੀ ਮੌਤ ਗੁਰੂ ਜੀ ਦੇ ਤੀਰ ਨਾਲ ਹੀ ਹੋਈ ਸੀ। ਦੂਜੇ ਭਾਈ ਨੰਦ ਲਾਲ ਦੀ ਪ੍ਰੇਰਨਾ ਨਾਲ ਉਸਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਗੁਰੂ ਸੱਚਾ ਪੀਰ ਹੈ, ਵਲੀ ਹੈ ਤੇ ਕਰਾਮਾਤੀ ਹੈ। ਜੋ ਕਹੇ ਜਾਂ ਕਰਨਾ ਚਾਹੇ ਇਹ ਸਭ ਕੁਝ ਸਮਝਦੇ ਹੋਏ ਰਹਿੰਦਾ ਹੈ। ਗੁਰੂ ਜੀ ਦਾ ਬਚਨ ਨਾ ਮੰਨਿਆ, ਕਿਉਂਕਿ ਭਾਵੀ ਦਾ ਚੱਕਰ ਜਿਵੇਂ ਚੱਲਦਾ ਸੀ ਗੱਲ ਤਾਂ ਉਹੀ ਹੋਣੀ ਸੀ ਤੇ ਇਸੇ ਚੀਜ਼ ਨੂੰ ਭਾਪ ਕੇ ਗੁਰੂ ਜੀ ਨੇ ਵੀ ਬਾਦਸ਼ਾਹ ਨਾਲ ਕੋਈ ਅਜੋੜ ਹੋਣ ਵਾਲੀ ਗੱਲ ਨਾ ਕੀਤੀ। ਹੁਣ ਬਾਦਸ਼ਾਹ ਦੇ ਕਹੇ ਤੇ ਦੱਖਣ ਵੱਲ ਜਾਣ ਦੀ ਤਿਆਰੀ ਹੋ ਗਈ। ਗੁਰੂ ਜੀ ਦਾ ਆਗਰੇ ਤੋਂ ਬੁਰਹਾਨਪੁਰ ਪੁੱਜਣਾ। ਗੁਰੂ ਜੀ ਆਗਰੇ ਤੋਂ ਬਹਾਦਰ ਸ਼ਾਹ ਦੇ ਨਾਲ ਹੀ ਚੱਲੇ ਤੇ ਜਿਹੜੇ ਰਾਜੇ ਮਹਾਰਾਜੇ ਅੱਗੋਂ ਬਾਦਸ਼ਾਹ ਨੂੰ ਸਲਾਮ ਕਰਨ ਲਈ ਆ ਮਿਲਦੇ, ਉਹ ਗੁਰੂ ਜੀ ਨੂੰ ਵੀ ਜ਼ਰੂਰ ਮਿਲਦੇ ਤੇ ਭੇਟਾਵਾਂ ਦਿੰਦੇ। ਪਰ ਜਿਉਂ ਹੀ ਚਿਤੌੜ ਤੋਂ ਬਹਾਦਰ ਸ਼ਾਹ ਕਿਸੇ ਹੋਰ ਪਾਸੇ ਗਿਆ, ਸਿੰਘਾਂ ਦੀ ਘਾਹ ਦਾਣੇ ਤੇ ਉੱਥੋਂ ਦੇ ਲੋਕਾਂ ਨਾਲ ਖੁੜਬਾ ਖੜਬੀ ਹੋਣ ਲੱਗ ਪਈ। ਚਿਤੌੜ ਕੋਲ ਤਾਂ ਚੰਗੀ ਜੰਗ ਹੋਈ। ਇੱਕ ਨਵਾਬ ਦੀ ਫੌਜ ਨੂੰ ਸਿੰਘਾਂ ਨੇ ਮਾਰ ਭਜਾਇਆ, ਪਰ ਇੱਕ ਕਿਸੇ ਸਿਪਾਹੀ ਦੀ ਗੋਲੀ ਸੁਲਾਹ ਸਫਾਈ ਦੀਆਂ ਗੱਲਾਂ ਕਰਦੇ ਭਾਈ ਮਾਨ ਸਿੰਘ ਜੀ ਨੂੰ ਵੱਜੀ ਤੇ ਉਹ ਸ਼ਹੀਦ ਹੋ ਗਏ। ਇਸ ਪਰ ਜੰਗ ਲੱਗ ਗਈ। ਬਹਾਦਰ ਸ਼ਾਹ ਬਹੁਤੀ ਦੂਰ ਨਹੀਂ ਸੀ ਗਿਆ। ਉਸ ਨੂੰ ਖਬਰ ਹੋਈ ਤਾਂ ਉਸਨੇ ਝਟਪਟ ਘੋੜ ਸਵਾਰਾਂ ਦੀ ਫੌਜ ਭੇਜ ਕੇ ਲੜਾਈ ਹਟਾਈ ਸੀ ਤੇ 100 ਕੁ ਤੁਰਕ ਸਿਪਾਹੀ ਫੜ ਕੇ ਗੁਰੂ ਜੀ ਪਾਸ ਭੇਜੇ ਤੇ ਇਹਨਾਂ ਦੋਸ਼ੀਆਂ ਨੂੰ ਜਿਵੇਂ ਚਾਹੋ ਸਜ਼ਾ ਦਿਓ। ਪਰ ਕਿਰਪਾਲੂ ਗੁਰੂ ਜੀ ਨੇ ਸਭ ਨੂੰ ਛੱਡ ਦਿੱਤਾ, ਕਿਸੇ ਨੂੰ ਕੁਝ ਨਾ ਕਿਹਾ। ਇਸ ਨਾਲ ਬਹਾਦਰ ਸ਼ਾਹ ਬਹੁਤ ਖੁਸ਼ ਹੋਇਆ। ਪਰ ਝਗੜਾ ਕਰਨ ਵਾਲੇ ਲੋਕਾਂ ਦੇ ਗੁਰੂ ਜੀ ਨੇ ਜਿੰਨਾ ਚਿਰ ਸਤਿਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਡੇਰੇ ਕਰਦੇ ਗਏ, ਗੁਰੂ ਜੀ ਸ਼ੇਰਾਂ ਦੇ ਸ਼ਿਕਾਰ ਹੁੰਦੇ ਰਹੇ ਤੇ ਬਹਾਦਰੀ ਦੇ ਜੌਹਰ ਗੁਰੂ ਜੀ ਆਪ ਤੇ ਉਹਨਾਂ ਦੇ ਸਿੰਘ ਵੀ ਵਿਖਾਉਂਦੇ ਰਹੇ। ਪਰ ਬੁਰਹਾਨਪੁਰ ਤੋਂ ਗੁਰੂ ਜੀ ਵੱਖਰੇ ਹੋ ਗਏ ਤੇ ਬਾਦਸ਼ਾਹ ਨਾਗਪੁਰ ਵੱਲ ਚਲਾ ਗਿਆ। ਬੁਰਹਾਨਪੁਰ ਨਦੀ ਦੇ ਕਿਨਾਰੇ ਇੱਕ ਜੋਗੀ ਜੀਵਨਦਾਸ ਦਾ ਡੇਰਾ ਸੀ, ਜਿਸ ਦੀ ਉਮਰ ਇਸੇ ਵੇਲੇ ਕਾਫੀ ਵੱਡੀ ਸੀ। ਇਹ ਜੋਗੀ ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਵੱਲ ਗਏ ਸਨ, ਉਹਨਾਂ ਦੇ ਨਾਲ ਸੀ। ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਖਬਰ ਪੁੱਜਣ ਤੇ ਗੁਰੂ ਜੀ ਨੂੰ ਖੁਸ਼ੀਆਂ ਮਨਾਉਂਦੇ ਤੇ ਦਾਨ ਪੁੰਨ ਕਰਦੇ ਵੇਖ ਸ਼ੰਕਾ ਕੀਤਾ ਕਿ ਇਹ ਤਿਆਗੀ ਤੇ ਵੈਰਾਗੀ ਗੁਰੂ ਲਈ ਕਰਨਾ ਯੋਗ ਨਹੀਂ। ਪਰ ਜਦ ਗੁਰੂ ਜੀ ਨੇ ਦੱਸਿਆ ਕਿ ਸਾਹਿਬਜ਼ਾਦਾ ਜ਼ੁਲਮ ਤੇ ਅਨਿਆਏ ਨੂੰ ਮੇਟਣ ਲਈ ਅਕਾਲ ਪੁਰਖ ਦਾ ਭੇਜਿਆ ਸੰਸਾਰ ਤੇ ਆ ਰਿਹਾ ਹੈ, ਇਹ ਅਸੀਂ ਪੁੱਤਰ ਖੁਸ਼ੀ ਦਾ ਪ੍ਰਗਟਾਵਾ ਨਹੀਂ ਕਰ ਰਹੇ, ਸਗੋਂ ਇੱਕ ਤੇਜਸਵੀ ਆਤਮਾ ਦਾ ਸੰਸਾਰ ਆਗਮਨ ਤੇ ਸਵਾਗਤ ਵਜੋਂ ਕਰ ਰਹੇ ਹਾਂ। ਧਰਮ ਦਾ ਪ੍ਰਕਾਸ਼ ਤੇ ਜ਼ੁਲਮ ਨੂੰ ਮੇਟਣ ਆਈ ਸ਼ਕਤੀ ਨੂੰ ਵੇਖ ਅਸੀਂ ਖੁਸ਼ੀਆਂ ਦੇ ਵਾਜੇ ਨਬੌਤਾਂ ਵਜਵਾ ਰਹੇ ਹਾਂ ਤੇ ਦਾਨ ਪੁੰਨ ਵੀ ਇਸੇ ਖੁਸ਼ੀ ਵਿੱਚ ਕਰ ਰਹੇ ਹਾਂ। ਜੋਗੀ ਦੀ ਉਮਰ ਉਸ ਸਮੇਂ ਵੀ ਵੱਡੀ ਸੀ। ਉਸਨੇ ਕਿਹਾ, ਜੇ ਮੈਂ ਵੀ ਦਰਸ਼ਨ ਕਰ ਸਕਾਂ ਤਾਂ ਮੇਰੇ ਧੰਨ ਭਾਗ। ਪਰ ਜਦੋਂ ਤੱਕ ਇਸ ਤੇਜਸਵੀ ਬਾਲਕ ਜਵਾਨ ਹੋ ਕੇ ਤੁਹਾਡੇ ਦੱਸੇ ਅਨੁਸਾਰ ਪਰ ਉਪਕਾਰ ਕਰਨੇ ਤੇ ਧਰਮ ਦੀ ਰਾਖੀ ਕਰਨੀ ਹੈ,
ਉਸ ਸ਼੍ਰੀ ਸਮੇਂ ਗੁਰੂ ਮੈਂ ਤੇਗ ਖਬਰੇ ਬਹਾਦਰ ਦਰਸ਼ਨ ਜੀ ਕਰ ਨੇ ਉਸ ਸਕਾਂ ਕਿ ਸਮੇਂ ਨਾ ਪੇਸ਼ੀਨ ਨਾਲੇ ਦੂਰ ਗੋਈ ਤੋਂ ਆਉਣਾ ਕੀਤੀ ਕੋਈ ਤੇ ਸੌਖਾ ਕਿਹਾ ਨਹੀਂ। ਇਹ ਮੈਂ ਪੂਰਨ ਬਾਲਕ ਪੁਰਖ ਦੇ ਦਰਸ਼ਨ ਤੈਨੂੰ ਕਰਨ ਉੱਥੇ ਹੀ ਬੁਰਹਾਨਪੁਰ ਦਰਸ਼ਨ ਚਲੇ ਜਾਣਾ ਦੇਣਗੇ ਹੈ ਤੇ ਤੁਸੀਂ ਉਹਨਾਂ ਚਿਰ ਜਿੰਦਾ ਹੀ ਰਹੋਗੇ। ਸੋ ਇਹ ਜੋਗੀ ਨੇ ਗੁਰੂ ਜੀ ਦੇ ਪਰ ਉਪਕਾਰਾਂ ਤੇ ਜੰਗਾਂ ਯੁੱਧਾਂ ਦੀਆਂ ਖਬਰਾਂ ਸੁਣੀਆਂ ਸਨ ਤੇ ਮਨ ਵਿੱਚ ਸੋਚਦਾ ਸੀ ਕਿ ਇਸ ਬਹਾਦਰ ਗੁਰੂ ਦੇ ਮੈਨੂੰ ਹੁਣ ਕਦ ਉਹ ਦਰਸ਼ਨ ਤੁਰਦਾ ਹੋਣਗੇ। ਵੀ ਮੁਸ਼ਕਲ ਨਾਲ ਸੀ, ਪਰ ਜੀਵਨ ਦੇ ਅੰਤ ਨੂੰ ਨੇੜੇ ਜਾਣ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਚੇਤੇ ਕਰ ਕਰ ਗੁਰੂ ਗੋਬਿੰਦ ਸਿੰਘ ਦੀਆਂ ਉਡੀਕਾਂ ਵਿੱਚ ਹੀ ਰਹਿੰਦਾ ਸੀ। ਸੋ ਉਸ ਜੋਗੀ ਦੀ ਇਸ ਕਾਮਨਾ ਨੂੰ ਪੂਰਨ ਕਰਨ ਲਈ ਦਸ਼ਮੇਸ਼ ਜੀ ਬੁਰਹਾਨਪੁਰ ਜਾ ਪੁੱਜੇ। ਗੁਰੂ ਜੀ ਦੇ ਸੁੰਦਰ ਸਰੂਪ ਤੇ ਬਹਾਦਰਾਨਾ ਲਿਬਾਸ ਨੂੰ ਵੇਖ ਕੇ ਸਭ ਪਾਸਿਓਂ ਦੌੜ ਦੌੜ ਆਉਣ ਲੱਗੇ। ਜੋਗੀ ਰਾਜ ਨੂੰ ਖਬਰ ਲੱਗੀ। ਫਿਰ ਕੀ ਸੀ, ਉਸ ਦਾ ਤਨ ਮਨ ਖਿੜ ਗਿਆ। ਕੋਈ ਅਗੰਮੀ ਖੁਸ਼ੀ ਦੀ ਉਸ ਦੇ ਅੰਦਰ ਝਰਨਾਹਟ ਛਿੜ ਗਈ। ਉਹ ਸੋਟੀ ਫੜ ਝੱਟ ਗੁਰੂ ਜੀ ਡੇਰੇ ਵੱਲ ਚੱਲ ਪਿਆ। ਉਸ ਦੇ ਚੇਲੇ ਵੀ ਬਥੇਰੇ ਸਨ, ਪਰ ਉਸ ਨੇ ਕਿਸੇ ਨਾਲ ਗੱਲ ਨਹੀਂ ਸੀ ਕੀਤੀ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਤੁਰ ਪਿਆ। ਜੋਗੀ ਦੀ ਸ਼ਹਿਰ ਵਿੱਚ ਮਾਨਤਾ ਵੀ ਬਥੇਰੀ ਸੀ, ਇਸ ਲਈ ਜਾਂਦੇ ਜੋਗੀ ਦੇ ਮਗਰ ਹੋਰ ਲੋਕ ਵੀ ਤੁਰੇ ਜਾਣ। ਗੁਰੂ ਜੀ ਨੇ ਦੂਰੋਂ ਹੀ ਵੇਖ ਲਿਆ ਕਿ ਜੋਗੀ ਰਾਜ ਆ ਰਿਹਾ ਹੈ। ਗੁਰੂ ਜੀ ਨੇ ਵੀ ਉਸ ਦਾ ਆਦਰ ਭਾਵ ਕੀਤਾ। ਇਹ ਜੋਗੀ ਅੱਗੇ ਵੀ ਇੱਕ ਵਾਰੀ ਭਾਵੇਂ ਅਨੰਦਪੁਰ ਜਾ ਕੇ ਦਰਸ਼ਨ ਦੀਦਾਰ ਕਰ ਚੁੱਕਾ ਸੀ, ਪਰ ਹੁਣ ਅੰਤ ਸਮਾਂ ਜਾਣ ਕੇ ਗੁਰੂ ਜੀ ਨੂੰ ਬਹੁਤਾ ਹੀ ਚੇਤੇ ਕਰ ਰਿਹਾ ਸੀ। ਸੋ ਗੁਰੂ ਜੀ ਕਈ ਦਿਨ ਇਸ ਜੋਗੀ ਦੇ ਪ੍ਰੇਮ ਕਾਰਨ ਬੁਰਹਾਨਪੁਰ ਰਹੇ। ਬਹਾਦਰ ਸ਼ਾਹ ਕਿਸੇ ਪਾਸੇ ਦਾ ਦੌਰਾ ਕਰਕੇ ਫਿਰ ਜਦੋਂ ਬੁਰਹਾਨਪੁਰ ਪੁੱਜਾ ਤਾਂ ਗੁਰੂ ਜੀ ਨੂੰ ਇੱਥੇ ਟਿਕਿਆ ਵੇਖ ਬਹੁਤ ਪ੍ਰਸੰਨ ਹੋਇਆ। ਇੱਥੇ ਹੀ ਗੁਰੂ ਜੀ ਨੂੰ ਦਾਦੂ ਡੇਰੇ ਦਾ ਮਹੰਤ ਹੀ ਗੱਲਾਂ ਬਾਤਾਂ ਕਰਦਿਆਂ ਪੁੱਛਿਆ ਕਿ ਉਹ ਵੀ ਅੱਗੇ ਕਿੱਧਰ ਜਾਣ ਦਾ ਵਿਚਾਰ ਹੈ। ਤਾਂ ਗੁਰੂ ਜੀ ਨੇ ਕਿਹਾ, ਦੱਖਣ ਵੱਲ ਜਾਵਾਂਗੇ, ਗੋਦਾਵਰੀ ਵਿੱਚ ਇਸ਼ਨਾਨ ਵੀ ਕਰਾਂਗੇ, ਪਰ ਗੋਦਾਵਰੀ ਦੇ ਕੰਢੇ ਨੰਦੇੜ ਸ਼ਹਿਰ ਹੈ, ਉੱਥੋਂ ਦੇ ਮਾਧੋ ਦਾਸ ਬੈਰਾਗੀ ਦੇ ਡੇਰੇ ਵੱਲ ਨਾ ਜਾਣਾ। ਕਿਉਂ? ਗੁਰੂ ਜੀ ਨੇ ਪੁੱਛਿਆ। ਬੜਾ ਹੰਕਾਰੀ ਸਾਧੂ ਹੈ, ਕਰਾਮਾਤੀ ਹੈ, ਆਏ ਗਏ ਸਾਧ ਸੰਤ ਦੀ ਬੇਅਦਬੀ ਕਰਦਾ ਹੈ। ਜੈਤ ਰਾਮ ਨੇ ਕਿਹਾ, ਫਿਰ ਤਾਂ ਅਸੀਂ ਜ਼ਰੂਰ ਜਾਵਾਂਗੇ। ਅਸਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਅਸੀਂ ਤਾਂ ਇੱਟ ਮਾਰਨ ਵਾਲੇ ਨੂੰ ਪੱਥਰ ਦੀ ਨੀਤੀ ਧਾਰਨ ਕੀਤੀ ਹੋਈ ਹੈ। ਅਸੀਂ ਅਜਿਹੇ ਸਾਧੂ ਨੂੰ ਤਾਂ ਜ਼ਰੂਰ ਹੀ ਸਿੱਧੇ ਰਾਹ ਪਾਉਣਾ ਹੈ। ਨਹੀਂ ਮਹਾਰਾਜ, ਉੱਥੇ ਨਾ ਜਾਣਾ। ਉਸ ਨੇ ਬੜੇ ਬੜੇ ਸਾਧੂਆਂ ਮਹਾਤਮਾਵਾਂ ਦਾ ਅਪਮਾਨ ਕੀਤਾ ਹੈ। ਉਸ ਕੋਲੋਂ ਇਲਾਕੇ ਦੇ ਲੋਕ ਥਰ ਥਰ ਕੰਬਦੇ ਹਨ। ਉਸ ਨੇ 4 ਵੀਰ ਵਸ ਕੀਤੇ ਹੋਏ ਹਨ ਜੋ ਰਾਖਸ਼ਾਂ ਵਰਗਾ ਕੰਮ ਕਰਦੇ ਹਨ। ਮੈਂ ਤੁਹਾਨੂੰ ਤਾਂ ਇਸ ਲਈ ਰੋਕਿਆ ਹੈ ਕਿ ਉਸ ਨੂੰ ਬੰਦੇ ਕੁ ਬੰਦੇ ਦੀ ਪਛਾਣ ਨਹੀਂ ਰਹੀ। ਹਉਮੈ ਨੇ ਉਸ ਨੂੰ ਅੰਨਾ ਕੀਤਾ ਹੋਇਆ ਹੈ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਉਹ ਹਾਸੀ ਉਡਾਵੇ। ਪਰ ਗੁਰੂ ਜੀ ਨੇ ਕਿਹਾ, ਜੈਤ ਰਾਮ ਜੀ, ਹੰਕਾਰ ਕਰਨਾ ਇਹ ਸਾਧੂਆਂ ਦਾ ਕੰਮ ਨਹੀਂ ਤੇ ਡਰਨਾ ਤੇ ਥਰ ਥਰ ਕੰਬਣਾ ਵੀ ਸਾਧੂਆਂ ਤੇ ਮਹਾਂਪੁਰਸ਼ਾਂ ਦਾ ਕੰਮ ਨਹੀਂ। ਅਸਾਂ ਤਾਂ ਸ਼ੇਰ ਬਿਰਤੀ ਵਾਲੇ ਹਾਂ, ਮਾਰ ਕੇ ਖਾਣ ਵਾਲੇ ਹਾਂ, ਮੋਏ ਨੂੰ ਖਾਣ ਵਾਲੇ ਨਹੀਂ। ਇਸ ਲਈ ਜੇ ਤੁਸਾਂ ਸਾਡੇ ਉਸ ਦੇ ਡੇਰੇ ਜਾਣ ਦੀ ਖਬਰ ਸੁਣਨੀ ਹੈ, ਉੱਥੇ ਹੋਣਾ ਹੈ, ਉਸ ਨੂੰ ਜਾਣਨਾ ਹੈ, ਤਾਂ ਸਾਡੇ ਨਾਲ ਹੀ ਇੱਕ ਆਪਣਾ ਬੰਦਾ ਭੇਜ ਦਿਓ। ਅਸੀਂ ਕੱਲ੍ਹ ਬਹਾਦਰ ਸ਼ਾਹ ਦੇ ਨਾਲ ਹੀ ਕੂਚ ਕਰ ਦੇਣਾ ਹੈ। ਦੂਜੇ ਦਿਨ ਗੁਰੂ ਜੀ ਦੱਖਣ ਵੱਲ ਬਹਾਦਰ ਸ਼ਾਹ ਦੇ ਨਾਲ ਹੀ ਚੱਲ ਪਏ। ਸਿੰਘਾਂ ਨੇ ਤਾਂ ਰਸਤੇ ਵਿੱਚ ਸ਼ਿਕਾਰ ਖੇਡਣੇ ਹੀ ਜਾਣਾ ਸੀ। ਸੋ ਇੱਕ ਦਿਨ ਸੂਰ ਦੇ ਸ਼ਿਕਾਰ ਤੋਂ ਤੁਰਕਾਂ ਨਾਲ ਝਗੜਾ ਹੋਇਆ ਤਾਂ ਪਰ ਉਹਨਾਂ ਨੇ 14-15 ਤੁਰਕ ਥਾਂ ਰੱਖੇ ਤੇ ਬਾਕੀ ਦੇ ਮਾਰ ਤੋਂ ਡਰਦੇ ਨੱਸ ਗਏ। ਇਸੇ ਤਰ੍ਹਾਂ ਇੱਕ ਥਾਂ ਗਊ ਨੂੰ ਮਾਰਦੇ ਵੇਖ ਸਿੰਘ ਜਰ ਨਾ ਸਕੇ ਤੇ ਤਲਵਾਰਾਂ ਕੱਢ ਲਈਆਂ। ਪਰ ਇੱਥੇ ਬਹਾਦਰ ਸ਼ਾਹ ਨੇ ਵਿੱਚ ਪੈ ਕੇ ਲੜਾਈ ਰੋਕੀ ਤੇ ਗਊ ਮਾਰਨ ਵਾਲਿਆਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਪਰ ਇਸ ਦਿਨ ਤੋਂ ਗੁਰੂ ਜੀ ਬਹਾਦਰ ਸ਼ਾਹ ਦੇ ਕੈਂਪ ਤੋਂ ਦੂਰ ਹੋ ਗਏ ਤੇ ਚਲਦੇ ਚਲਦੇ ਗੋਦਾਵਰੀ ਦੇ ਕਿਨਾਰੇ ਆਣ ਪੁੱਜੇ। ਗੁਰੂ ਜੀ ਬੁਰਹਾਨਪੁਰ ਤੋਂ ਚੱਲ ਕੇ ਕਈ ਸ਼ਹਿਰ ਲੰਘੇ। ਨਾਗਪੁਰ ਤੋਂ ਅਮਰਾਵਤੀ ਤੇ ਫਿਰ ਹੰਗੋਲੀ ਤੋਂ ਲੰਘ ਹੌਲੀ ਹੌਲੀ ਉੱਧਰ ਹੀ ਤੁਰਦੇ ਗਏ। ਜਿੱਧਰ ਜਾਣ ਤੋਂ ਮਹੰਤ ਜੈਤ ਰਾਮ ਦਾਦੂ ਡੇਰੇ ਵਾਲੇ ਸੰਮਤ ਨੇ 1763 ਦੀ ਕੱਤਕ ਸੁਦੀ ਪੰਜਵੀਂ ਨੂੰ ਦਮਦਮੇ ਸਾਹਿਬ ਤੋਂ ਦੱਖਣ ਵੱਲ ਰਵਾਨਾ ਹੋਏ ਸੀ ਤੇ ਹਾੜ 1700
64 ਵਿੱਚ ਅਖੀਰ ਗੋਦਾਵਰੀ ਨਦੀ ਦੇ ਕੰਢੇ ਆਣ ਡੇਰੇ ਲਾਇਆ, ਜਿੱਥੇ ਕਿ ਅੱਜ ਕੱਲ੍ਹ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ। 10-15 ਦਿਨ ਤਾਂ ਗੁਰੂ ਜੀ ਮੌਜ ਨਾਲ ਇੱਧਰ ਉੱਧਰ ਸ਼ਿਕਾਰ ਖੇਡਦੇ ਅਤੇ ਸੈਰ ਕਰਦੇ ਰਹੇ, ਪਰ ਫਿਰ ਮਾਧੋ ਦਾਸ ਦਾ ਚੇਤਾ ਆ ਗਿਆ, ਜਿਸ ਦਾ ਡੇਰਾ ਇੱਥੋਂ ਕੇਵਲ ਅੱਧ ਕੁ ਮੀਲ 'ਤੇ ਹੀ ਇੱਥੇ ਗੋਦਾਵਰੀ ਦੇ ਕਿਨਾਰੇ ਹੀ ਸੀ। ਗੁਰੂ ਜੀ ਨੇ 20-25 ਸਿੰਘ ਨਾਲ ਲੈ ਲਏ ਅਤੇ ਮਾਧੋ ਦਾਸ ਦੇ ਡੇਰੇ ਵਿੱਚ ਜਾ ਪੁੱਜੇ। ਅੱਗੇ ਮਾਧੋ ਦਾਸ ਡੇਰੇ ਵਿੱਚ ਨਹੀਂ ਸੀ। ਗੁਰੂ ਜੀ ਅਸ਼ੋਪਲੇ ਹੀ ਘੋੜਿਓਂ ਉਤਰ ਕੇ ਉਸ ਦੇ ਕਮਰੇ ਵਿੱਚ ਚਲੇ ਗਏ, ਜਿੱਥੇ ਉਸ ਦਾ ਸੱਜਿਆ ਫੱਬਿਆ ਪਲੰਘ ਵਿਛਿਆ ਸੀ। ਉਸ ਦੇ ਡੇਰੇ ਵਿੱਚ 2 ਬੱਕਰੇ ਬੱਝੇ ਹੋਏ ਸਨ। ਗੁਰੂ ਜੀ ਦਾ ਇਸ਼ਾਰਾ ਪਾ ਕੇ ਸਿੰਘਾਂ ਨੇ ਉਹ ਚਟਕਾ ਦਿੱਤੇ। 2-4 ਮਾਧੋ ਦਾਸ ਦੇ ਚੇਲੇ ਡੇਰੇ ਵਿੱਚ ਸਨ। ਉਹ ਸ਼ਸਤਰਧਾਰੀ ਸਿੰਘਾਂ 'ਤੇ ਗੁਰੂ ਜੀ ਦੇ ਤੇਜ ਪ੍ਰਤਾਪ ਤੋਂ ਡਰ ਕੇ ਉੱਠ ਨੱਸੇ। ਉਹਨਾਂ ਦੌੜ ਕੇ ਮਾਧੋ ਦਾਸ ਨੂੰ ਖਬਰ ਦਿੱਤੀ, ਤੁਹਾਡੇ ਡੇਰੇ ਵਿੱਚ ਪਤਾ ਨਹੀਂ ਕੌਣ ਆ ਗਿਆ ਹੈ, ਆਪਣੇ ਆਪ ਹੀ ਤੁਹਾਡੇ ਪਲੰਘ 'ਤੇ ਜਾ ਬੈਠਾ ਹੈ ਅਤੇ ਉਸ ਦੇ ਸਾਥੀਆਂ ਨੇ ਤੁਹਾਡੇ ਬੱਕਰੇ ਮਾਰ ਦਿੱਤੇ ਹਨ। ਹੈਂ, ਕੌਣ ਹੈ? ਉਸ ਨੂੰ ਮੇਰਾ ਪਤਾ ਨਹੀਂ ਹੋਣਾ? ਕੀ ਪਤਾ, ਉਸ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਅਸੀਂ ਬੈਠੇ ਸਾਂ, ਸਾਨੂੰ ਪੁੱਛੇ ਬਗੈਰ ਹੀ ਅੰਦਰ ਵੜ ਬੈਠੇ ਹਨ। ਮਾਧੋ ਦਾਸ ਨੂੰ ਗੁੱਸਾ ਆ ਗਿਆ। ਉਸ ਨੇ ਆਪਣੇ ਵੱਸ ਕੀਤੇ ਵੀਰਾਂ ਨੂੰ ਇੱਕਦਮ ਆਉਣ ਨਾਲ ਮਾਧੋ ਦਾਸ ਦੀ ਹਵੇਲੀ ਵਿੱਚ ਹਨੇਰੀ ਜਿਹੀ ਆ ਗਈ। ਉਲਟਾ ਕੇ ਗੁਰੂ ਜੀ ਵੀ ਜਾਣਦੇ ਸਨ, ਜਿਨ੍ਹਾਂ ਨੇ ਬੱਕਰੇ ਮਾਰੇ ਹਨ ਉਹਨਾਂ ਨੂੰ ਸਮਝਿਆ ਖਤਮ ਕਰ ਦਿਓ, ਇਹ ਮਾਧੋ ਦਾਸ ਦੀ ਹੀ ਸ਼ਕਤੀ ਹੈ। ਗੁਰੂ ਜੀ ਨੇ ਆਪਣੇ ਹੱਥ ਦਾ ਤੀਰ ਭਾਈ ਦਇਆ ਸਿੰਘ ਜੀ ਨੂੰ ਦਿੱਤਾ ਅਤੇ ਕਿਹਾ, ਇਸ ਨਾਲ ਸਿੰਘਾਂ ਦੇ ਉਦਾਲੇ ਲਕੀਰ ਪਾ ਦਿਓ ਅਤੇ ਸਭ ਸਿੰਘਾਂ ਨੂੰ ਉਸ ਦੇ ਵਿੱਚ ਕਰ ਦਿਓ। ਉਹੀ ਗੱਲ ਹੋਈ। ਮਾਧੋ ਦਾਸ ਦੇ 4 ਵੀਰ ਸਨ। 3 ਸਿੰਘਾਂ ਵੱਲ ਹੋਏ ਅਤੇ ਸਿੰਘਾਂ ਨੂੰ ਭੈਦਾਇਕ ਸ਼ਕਲਾਂ ਦਿਖਾ ਕੇ ਡਰਾਉਣ ਲੱਗੇ, ਪਰ ਉਹ ਲਕੀਰ ਤੋਂ ਅੱਗੇ ਨਾ ਹੋ ਸਕੇ। ਉਧਰ ਇੱਕ ਵੀਰ ਗੁਰੂ ਜੀ ਦੇ ਪਲੰਘ ਵੱਲ ਗਿਆ ਅਤੇ ਉਸਨੇ ਪਲੰਘ ਨੂੰ ਇੱਕਦਮ ਜ਼ੋਰ ਨਾਲ ਹਿੱਲਿਆ ਹੀ ਨਾ। ਉਸਨੇ ਦੂਸਰੇ ਨੂੰ ਬੁਲਾਇਆ ਤਾਂ ਦੋਹਾਂ ਕੋਲੋਂ ਵੀ ਨਾ ਹਿੱਲਿਆ। ਇਸ 'ਤੇ ਚਾਰੇ ਵੀਰ ਬਾਹਰੋਂ ਹਟ ਅੰਦਰ ਗੁਰੂ ਜੀ ਦੇ ਪਲੰਘ ਉਦਾਲੇ ਹੋ ਗਏ। ਕਹਿੰਦੇ ਹਨ ਕਿ ਚੌਹਾਂ ਨੇ ਜਰਾ ਕੁ ਪਾਵਾ ਹਿਲਾਇਆ ਤਾਂ ਗੁਰੂ ਜੀ ਨੇ ਜਦ ਆਪਣਾ ਤੀਰ ਪਾਵੇ ਨੂੰ ਛੁਹਾਇਆ ਤਾਂ ਉਹ ਸਾਰਾ ਜ਼ੋਰ ਲਾਉਣ 'ਤੇ ਵੀ ਮੁੜ ਨਾ ਹਿੱਲਿਆ। ਵੀਰ ਮੁੜ ਗਏ ਅਤੇ ਮਾਧੋ ਦਾਸ ਨੂੰ ਪਤਾ ਲੱਗ ਗਿਆ ਕਿ ਅੱਜ ਕੋਈ ਕਾਮਲ ਸਾਧੂ ਆ ਗਿਆ ਹੈ। ਇਸ ਗੱਲ ਨੇ ਉਸ ਦੀ ਹੋਸ਼ ਟਿਕਾਣੇ ਲੈ ਆਂਦੀ। ਉਸ ਦੇ ਹਉਮੈ ਦੇ ਚੜ੍ਹੇ ਹੋਏ ਗੁੱਸੇ ਦੇ ਗੁਬਾਰ ਇੱਕਦਮ ਸ਼ਾਂਤ ਹੋ ਗਏ। ਉਸ ਦੇ ਬੰਦਿਆਂ ਨੇ ਦੱਸਿਆ ਸੀ, ਪਲੰਘ 'ਤੇ ਲੇਟਣ ਵਾਲਾ ਸ਼ਸਤਰਧਾਰੀ ਹੈ। ਉਸ ਦੇ ਨਾਲ ਸਾਥੀ ਵੀ ਸਾਰੇ ਸ਼ਸਤਰਧਾਰੀ ਹਨ। ਉਹ ਸੋਚਦਾ ਆਉਂਦਾ ਸੀ ਕਿ ਇਹ ਕੌਣ ਹੋਣਗੇ, ਮੇਰਾ ਮੁਕਾਬਲਾ ਕਰਨਾ ਕਿਸੇ ਮਾਮੂਲੀ ਪੀਰ ਫਕੀਰ ਦਾ ਕੰਮ ਨਹੀਂ। ਉਹ ਮੇਰੇ ਨਾਮ ਦੀ ਵੱਡੀਆਂ ਵੱਡੀਆਂ ਸਿੱਧੀਆਂ ਵਾਪਸ ਮੁੜਿਆ। ਮੈਨੂੰ ਮੱਥੇ 'ਤੇ ਐਸਾ ਤੇਜਸਵੀ ਪੁਰਸ਼ ਕੌਣ ਆ ਗਿਆ ਹੈ। ਮਾਧੋ ਦਾਸ ਨੇ ਗੁਰੂ ਜੀ ਦੇ ਦਰਸ਼ਨ ਕਰਨੇ। ਮਾਧੋ ਦਾਸ ਡੇਰੇ ਤੱਕ ਆਉਂਦਾ ਸੋਚਦਾ ਹੀ ਆਇਆ ਕਿ ਇਹ ਕੌਣ ਹੋਣਗੇ। ਇੱਕ ਵਾਰੀ ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ ਬਾਦਸ਼ਾਹੀ ਫੌਜ ਨਾਲ ਲੜਾਈ ਛੇੜੀ ਹੋਈ ਹੈ। ਇੱਧਰ ਦੱਖਣ ਵਿੱਚ ਮਰਹੱਟਿਆਂ ਦੀ ਲੜਾਈ ਦੀ ਤਾਂ ਉਸ ਨੂੰ ਖਬਰ ਹੀ ਸੀ, ਪਰ ਡੇਰੇ ਅੰਦਰ ਪੈਰ ਧਰਨ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਦੱਸਿਆ, ਇਹ ਪੰਜਾਬ ਤੋਂ ਆਏ ਹਨ। ਇਹ ਸੁਣਦਿਆਂ ਉਸ ਦੇ ਮਨ ਅੰਦਰ ਇਹ ਗੱਲ ਕਰੰਟ ਵਾਂਗ ਵੱਜੀ ਕਿ ਕਿਧਰੇ ਇਹ ਉਹੀ ਗੁਰੂ ਤਾਂ ਨਹੀਂ। ਔਰੰਗਜ਼ੇਬ ਦੇ ਮਰਨ 'ਤੇ ਬਹਾਦਰ ਸ਼ਾਹ ਦੇ ਬਾਦਸ਼ਾਹੀ ਸਾਂਭਣ ਦੀ ਖਬਰ ਵੀ ਸੁਣ ਚੁੱਕਾ ਸੀ। ਅੰਦਰ ਗਿਆ ਤਾਂ ਅੱਗੋਂ ਚੋਜੀ ਸਤਿਗੁਰੂ ਜੀ ਪਲੰਘ 'ਤੇ ਬੈਠੇ ਨਜ਼ਰ ਆਏ। ਮੋਢੇ 'ਤੇ ਕਮਾਨ ਅਤੇ ਪਿੱਛੇ ਤੀਰਾਂ ਦਾ ਪੱਥਾ ਵੇਖ ਕੇ ਉਸ ਨੂੰ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਬਹਾਦਰਾਨਾ ਸਰੂਪ ਚੇਤੇ ਆਏ ਅਤੇ ਫਿਰ ਉਹੀ ਸਰੂਪ ਗੁਰੂ ਜੀ ਦੇ ਆਸੇ ਪਾਸੇ ਅਤੇ ਉਹਨਾਂ ਵਿੱਚ ਹੀ ਲੋਪ ਹੁੰਦੇ ਵੇਖ ਕੇ ਸਮਝ ਗਿਆ ਕਿ ਬਸ ਭਗਵਾਨ ਦੇ ਰੂਪ ਦੇ ਦਰਸ਼ਨ ਹੋ ਰਹੇ ਹਨ। ਗੁਰੂ ਜੀ ਦੇ ਚਮਕਦੇ ਤੀਰ 'ਤੇ ਜਲਾਲ ਦਾ ਐਸਾ ਅਸਰ ਹੋਇਆ ਕਿ ਉਸ ਦੇ ਹੱਥ ਜੁੜ ਗਏ। ਖਿਮਾ ਬਖਸ਼ੋ, ਮੈਂ ਤੁਹਾਡਾ ਬੰਦਾ ਹਾਂ। ਗੁਰੂ ਜੀ ਮੁਸਕਰਾਏ ਅਤੇ ਕਿਹਾ, ਮਾਧੋ ਦਾਸ ਕਿੱਥੋਂ ਤੁਰਿਆ ਸੈਂ?
ਕਿ ਜਿਸ ਚੀਜ਼ ਦੀ ਖਾਤਰ ਘਰ-ਬਾਰ ਛੱਡਿਆ ਸੀ, ਉਸ ਨੂੰ ਤਾਂ ਤੂੰ ਭੁਲਾ ਹੀ ਦਿੱਤਾ ਹੈ। ਕੀ ਇਹੀ ਦਸ਼ਾ ਤੇਰੇ ਲਈ ਠੀਕ ਹੈ? ਤੀਰ ਅੰਦਾਜ਼ ਜਿੱਥੇ ਸੀ, ਤੂੰ ਖੜਾ ਹੈ, ਘੋੜਸਵਾਰ ਤੇ ਮਾਧੋ ਤਗੜਾ ਦਾਸ ਹੱਥ ਦੇ ਪੱਥੇ ਜੁੜੇ ਦਾ ਹੋਏ ਮਾਹਰ ਸਨ। ਸੀ। ਉਸ ਦਾ ਪਰ ਜਿਵੇਂ ਪਿਛਲਾ ਹੀ ਹਰਨੀ ਦੇ ਜੀਵਨ ਮਰਨ ਗੁਰੂ ਜੀ ਦੀ ਗੱਲ ਸੁਣ ਉਸਦੇ ਕੇ ਮਨ ਇੱਕ ਵਿੱਚ ਫਿਲਮ ਵਿਰਾਗ ਵਾਂਗ ਅੱਖਾਂ ਉਪਜਿਆ। ਅੱਗੇ ਲੰਘ ਵਿਰਾਗ ਗਿਆ। ਨੇ ਉਹ ਸ਼ਾਂਤੀ ਦੀ ਚੰਗਾ ਭਾਲ ਵਿੱਚ ਘਰੋਂ ਕੱਢਿਆ, ਪਰ ਇੱਕ ਜੰਤਰ ਮੰਤਰੀ ਸਾਧੂ ਦਾ ਚੇਲਾ ਬਣ ਕੇ ਬਸ ਕਾਮਯਾਬੀ ਦੀ ਹਉਮੈ ਵਿੱਚ ਕੈਦ ਹੋ ਕੇ ਕਈਆਂ ਸਾਲਾਂ ਤੋਂ ਗੋਦਾਵਰੀ ਦੇ ਕਿਨਾਰੇ ਹੀ ਠਹਿਰਿਆ ਹੋਇਆ ਸੀ। ਗੁਰੂ ਜੀ ਨੇ ਕਿਹਾ, ਮਾਧੋ ਦਾਸ, ਤੂੰ ਹਉਮੈ ਤੇ ਹੰਕਾਰ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਕਿ ਬਸ ਮੇਰੇ ਮੁਕਾਬਲੇ ਦਾ ਕੋਈ ਹੈ ਹੀ ਨਹੀਂ, ਪਰ ਅਸੀਂ ਤੈਨੂੰ ਜਗਾਉਣ ਆਏ ਹਾਂ। ਉਪੱਦਰ ਹੋ ਰਹੇ ਹਨ, ਤੇਰੇ ਦੇਸ਼ ਦੀ ਅਣਖ ਨੂੰ ਗੈਰ ਸਿੱਧ ਮਧੋਲ ਰਹੇ ਹਨ, ਮਨਮਾਨੀਆਂ ਕਰ ਰਹੇ ਹਨ। ਤੇਰੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੇ ਹਨ। ਮਾਸੂਮ ਤੇ ਬੇਦੋਸ਼ੇ ਲੋਕਾਂ ਨਾਲ ਜ਼ੁਲਮ ਤੇ ਅਨਿਆਏ ਹੋ ਰਿਹਾ ਹੈ। ਇਸ ਲਈ ਦੱਸ, ਤੇਰੀ ਇਸ ਵਡਿਆਈ ਦਾ ਤੇਰੇ ਦੇਸ਼ ਵਾਸੀਆਂ ਨੂੰ ਕੀ ਫਾਇਦਾ ਹੈ? ਜਰਾ ਇਸ ਪਾਸੇ ਅੱਖਾਂ ਖੋਲ੍ਹ ਕੇ ਇਹਨਾਂ ਸ਼ਬਦਾਂ ਨਾਲ ਮਾਧੋ ਦਾਸ ਦਾ ਹਿਰਦਾ ਇੱਕ ਵਾਰਗੀ ਹੀ ਝੰਜੋੜਿਆ ਗਿਆ। ਉਸ ਦੇ ਹੱਥ ਤਾਂ ਪਹਿਲਾਂ ਹੀ ਜੁੜੇ ਹੋਏ ਸਨ, ਪਰ ਜਦ ਹਉਮੈ ਦੀ ਕੰਧ ਵੀ ਢਹਿ ਢੇਰੀ ਹੋ ਕੇ ਡਿੱਗ ਪਈ ਤਾਂ ਮੂੰਹੋਂ ਆਪ ਮੁਹਾਰੇ ਇੰਨਾ ਹੀ ਨਿਕਲਿਆ, ਬਸ ਮੈਂ ਹੁਣ ਤੁਹਾਡਾ ਹੀ ਬੰਦਾ, ਗੁਲਾਮ ਹਾਂ। ਜਿਵੇਂ ਹੁਕਮ ਕਰੋ ਤਿਵੇਂ ਕਰਨ ਲਈ ਤਿਆਰ ਹਾਂ। ਤੁਸੀਂ ਸੱਚਮੁੱਚ ਹੀ ਮੈਨੂੰ ਸੁੱਤੇ ਨੂੰ ਜਗਾ ਦਿੱਤਾ ਹੈ। ਸੱਚਮੁੱਚ ਹੀ ਮੈਂ ਬੜੀ ਮਸਤ ਨੀਂਦ ਵਿੱਚ ਸਾਂ। ਵਾਹ! ਚੋਜੀ ਸਤਿਗੁਰੂ ਜੀ ਨੇ ਇੱਕ ਅਦੁੱਤੀ ਬਹਾਦਰ ਨੂੰ ਜੰਤਰਾਂ ਮੰਤਰਾਂ ਦੇ ਸਖਤ ਘੇਰੇ ਵਿੱਚੋਂ ਬਾਹਰ ਕੱਢ ਲਿਆ। ਜੰਤਰਾਂ ਮੰਤਰਾਂ ਦੇ ਘੇਰੇ ਵਿੱਚ ਆਏ ਇਸ ਬਹਾਦਰ ਨੂੰ ਨਾ ਆਪਣੀ ਨਾ ਆਪਣੇ ਦੇਸ਼ ਦੀ ਲੋਕ ਉਸ ਤੋਂ ਡਰਦੇ ਤੇ ਉਸਦਾ ਭੈ ਮੰਨਦੇ ਸਨ। ਬਸ ਇਸੇ ਗੱਲ ਤੇ ਹੀ ਉਹ ਮਸਤ ਸੀ। ਇਲਾਕੇ ਦੇ ਲੋਕ ਮੰਨਦੇ ਸਨ ਤੇ ਉਸ ਦੀ ਪੂਜਾ ਹੁੰਦੀ ਸੀ, ਪਰ ਹੁਣ ਹਉਮੈ ਨਿਕਲ ਗਈ ਤੇ ਉਸ ਦੀ ਥਾਂ ਲੜਨ ਮਰਨ ਦੀ ਗੱਲ ਆ ਗਈ। ਓਏ ਮਣਾ, ਤੂੰ ਵੈਰਾਗੀ ਬਣ ਕੇ ਘਰੋਂ ਨਿਕਲਿਆ ਸੈਂ, ਉਸ ਸਾਰੇ ਪ੍ਰੋਗਰਾਮ ਨੂੰ ਹੀ ਭੁੱਲੀ ਫਿਰਦਾ ਹੈ। ਪਰ ਸ਼ੁਕਰ ਹੈ ਹੁਣ ਪਤਾ ਲੱਗ ਗਿਆ। ਇਹ ਸੋਚਦਾ ਹੁਣ ਉਹ ਬਾਰ-ਬਾਰ ਗੁਰੂ ਜੀ ਨੂੰ ਇਹੋ ਹੀ ਕਹਿਣ ਲੱਗਾ, ਮੈਨੂੰ ਦੱਸੋ ਮੈਂ ਕੀ ਸੇਵਾ ਕਰਾਂ, ਕਿਹੜੇ ਜ਼ਾਲਮਾਂ ਨਾਲ ਜਾ ਕੇ ਲੜਾਂ? ਹੁਣ ਤੁਸਾਂ ਮੈਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੈਂ ਤੁਹਾਡਾ ਬੰਦਾ, ਗੁਲਾਮ ਹਾਂ। ਹੁਕਮ ਕਰੋ ਕੀ ਕਰਾਂ? ਗੁਰੂ ਜੀ ਉਸ ਦੀ ਨਿਮਰਤਾ ਵੇਖ ਕੇ ਬੜੇ ਪ੍ਰਸੰਨ ਹੋਏ। ਉਸ ਨੂੰ ਕਿਹਾ, ਅੰਮ੍ਰਿਤ ਛਕ ਲੈ। ਉਸ ਨੇ ਅੰਮ੍ਰਿਤ ਛਕ ਲਿਆ ਅਤੇ ਨਾਮ ਗੁਰਬਖਸ਼ ਸਿੰਘ ਰੱਖ ਲਿਆ, ਪਰ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਹੀ ਪ੍ਰਸਿੱਧ ਹੋਇਆ।